गैस तेल संकट ਦੇ ਵਿਚਾਲੇ ਪੀਐਮ ਮੋਦੀ ਨੇ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ। ਬੋਲੇ ਪੈਨਿਕ ਫੈਲਾ ਕੇ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਕੁਝ ਲੋਕ ਕਾਲਾ ਬਾਜ਼ਾਰੀ ਕਰਨ ਵਾਲਿਆਂ ਤੇ ਹੋਵੇਗਾ ਸਖਤ ਐਕਸ਼ਨ। ਪੈਟਰੋਲੀਅਮ ਮੰਤਰਾਲੇ ਦੀ ਲੋਕਾਂ ਨੂੰ ਪੈਨਿਕ ਬੁਕਿੰਗ ਨਾ ਕਰਨ ਦੀ ਅਪੀਲ। ਕਿਹਾ ਘਬਰਾਹਟ ਕਾਰਨ ਕਈ ਗੁਣਾ ਵਧੀ ਬੁਕਿੰਗ। ਹੋਟਲ ਇੰਡਸਟਰੀ ਨੂੰ 1 ਮਹੀਨਾ ਬਾਇਓਮਾਸ ਕੈਰੋਸੀਨ ਜਾਂ ਕੋਲੇ ਦੇ ਇਸਤੇਮਾਲ ਕਰਨ ਦੀ ਸਲਾਹ। ਅੱਜ ਤੋਂ ਮੋਹਾਲੀ ਦੇ ਵਿੱਚ 3 ਦਿਨਾਂ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦਾ ਆਗਾਜ਼। ਸੀਐਮ ਮਾਨ ਕਰਨਗੇ ਉਦਘਾਟਨ। ਕੇਜਰੀਵਾਲ ਵੀ ਹੋਣਗੇ ਸ਼ਾਮਲ। ਦੁਨੀਆ ਭਰ ਦੇ ਵਿੱਚ ਡੈਲੀਗੇਟਸ ਅਤੇ ਇਨਵੈਸਟਰਸ ਲੈਣਗੇ ਹਿੱਸਾ। ਮੋਸਟ ਵਾਂਟਡ ਗੈਂਗਸਟਰ ਭੁਵਨੇਸ਼ ਚੋਪੜਾ ਮਿਡਲ ਏਸ਼ੀਆ ਤੋਂ ਡਿਪੋਰਟ। ਦਿੱਲੀ ਏਅਰਪੋਰਟ ਤੋਂ ਪੰਜਾਬ ਪੁਲਿਸ ਨੇ ਕੀਤਾ ਕਾਬੂ। ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਸਣੇ 9 ਮਾਮਲਿਆਂ ਦਾ ਹੈ ਮੁਲਜ਼ਮ। बैंक घोटाला होया है। IDFC बैंक दे विच एक होर घोटाला सामने आया है। IDFC बैंक दे दसे कि 3 कर्मचारियों के खिलाफ मामला दर्ज कर लिया इस मामले दे विच और बैंक मैनेजर ते फर्जी FDR जारी करने दे इल्जाम लगे ने। हरियाणा दे दसे कि 590 करोड़ बैंक घोटाले दे नाल भी ये तार जुड़ सकते ने। हरियाणा सरकार दे जिहड़े 590 करोड़ दा सारा मामला सी। तो दस दिए कि इस मामले के जे गल करिए तो चंडीगढ़ नगर निगम का मामला भी सामने आया सी, जिसके कि करीब 180 करोड़ रुपए का घोटाला सामने आता है। तो IDFC फर्स्ट बैंक कई पिछले लंबे समय तो जो घोटाले लगातार सामने आ रहे हैं। तो इस एक होर घोटाला सामने आया जो कि 80 करोड़ रुपए का। तो इस मामले के लगातार ਵੱਖ-ਵੱਖ जो तरह के घोटाले जो है सामने आ रहे हैं। हालांकि IDFC फर्स्ट बैंक वालों चंडीगढ़ नगर निगम का घोटाला भी एक सामने आया सी। CREST ने 80 करोड़ रुपए की गड़बड़ी का जो है शक जताया। तो इस मामले के हुण एक 80 करोड़ रुपए का होर घोटाला जो है सामने आया। बिल्कुल मनोज राठी ने मेरे सहयोगी फोन लाइन ते। मनोज की कुछ जानकारी है घोटाले नूं लैके एक तो बाद एक घोटालियां दा जिक्र हो रहा है। देखो गुरजोत, बड़ी हैरान कर देने वाली गल है कि हर बार चाहे वो हरियाणा दे विच 590 करोड़ के घोटाले की गल होवे, चाहे वो नगर निगम दे विच 116.84 करोड़ की घोटाले की गल होवे, ते हुण एक नवा जिहड़ा फ्रॉड है क्रैश दा, यानी कि चंडीगढ़ जिहड़ी रिन्यूएबल एनर्जी साइंस एंड टैक्नोलॉजी जिहड़ा पूरा एक हैगी है ਉਹਦੇ ਵਿੱਚ ਪ੍ਰੋਜੈਕਟ ਡਾਇਰੈਕਟਰ ਉਹਦੇ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ, ਜਿਹਦੇ ਵਿੱਚ ਪੁਲਿਸ ਨੂੰ ਇੱਕ ਚੰਡੀਗੜ੍ਹ ਪੁਲਿਸ ਨੂੰ ਕੰਪਲੇਂਟ ਦਿੱਤੀ ਗਈ ਸੀ, ਜਿਹਦੇ ਵਿੱਚ ਕਰੀਬ 80 ਕਰੋੜ ਦੇ ਘੋਟਾਲੇ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ। ਹਾਲਾਂਕਿ ਦੇਖੋ ਇਹਦੇ ਵਿੱਚ 2-3 ਚੀਜ਼ਾਂ ਬਹੁਤ ਅਹਿਮ ਹੈ ਕਿ ਆਖਿਰ ਉਸਨੇ ਕਿਹਦੇ ਖਿਲਾਫ ਕੰਪਲੇਂਟ ਦਿੱਤੀ ਹੈ। IDFC ਬੈਂਕ ਦੇ EMPLOYE ਜਿਹਦੇ ਵਿੱਚ ਦੱਸਿਆ ਗਿਆ, ਇਹਨਾਂ ਦੇ ਵਿੱਚ ਨਾਂ ਵੀ ਦਿਆ ਗਿਆ ਕਿ ਜਿਹੜੇ 3 ਜਿਹੜੇ ਇਹਦੇ ਵਿੱਚ IDFC ਬੈਂਕ ਦੇ ਜਿਹੜੇ ਕਰਮਚਾਰੀ ਨੇ, EMPLOYEਜ਼ ਨੇ, ਉਹਨਾਂ ਦੇ ਖਿਲਾਫ ਇਹ ਕੰਪਲੇਂਟ ਜਿਹੜੀ ਹੈ ਉਹ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਅਭੈ ਕੁਮਾਰ, ਸੀਮਾ ਦੀਮਾਨ ਤੇ ਰਿਭਵ ਰਿਸ਼ੀ, ਇਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਗਈ ਹੈ। ਕਰੀਬ 80 ਕਰੋੜ ਦਾ ਜਿਹੜਾ ਘੋਟਾਲਾ ਹੈ ਉਹ ਸਾਹਮਣੇ ਆਇਆ। ਹਾਲਾਂਕਿ ਦੇਖੋ ਟੋਟਲ ਅਮਾਊਂਟ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਸੀਂ ਲਿੱਤੀ ਹੈ ਕਿ ਜਿਹੜਾ ਸ਼ਾਰਟਫਾਲ ਹੈ, ਉਹ ਜਿਹੜੀ ਸ਼ਾਰਟਫਾਲ ਹੈ ਇਸ ਪੂਰੇ ਕ੍ਰੈਸ਼ ਦੇ ਵਿੱਚ ਜਿਹੜਾ ਸ਼ਾਰਟਫਾਲ ਆਇਆ ਹੈ ਪ੍ਰਿੰਸੀਪਲ ਅਮਾਊਂਟ ਨੂੰ ਮਿਲ ਕੇ 75 ਕਰੋੜ 16,04,293 ਇਹਦਾ ਜਿਹੜਾ ਘੋਟਾਲਾ ਸਾਹਮਣੇ ਆਇਆ ਸੀਗਾ। ਇਹਨੀ ਕੁੱਲ ਮਿਲਾ ਕੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ 80,000 ਹੋ ਸਕਦਾ ਹੈ। ਲੇਕਿਨ ਇਸ ਰਿਗਾਰਡ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਔਰ ਕਈ ਧਾਰਾਵਾਂ ਦੇ ਤਹਿਤ BNS ਦੀ ਸਾਰੀ ਧਾਰਾਵਾਂ ਨੇ 316/5, 318/4, 336/3, 338, 340/2, 61/2 BNS ਦੀ ਜਿਹੜੀ ਧਾਰਾਵਾਂ ਨੇ ਉਹ ਚੰਡੀਗੜ੍ਹ ਪੁਲਿਸ ਦੀ EOV ਟੰਕ यानी कि अपराधिक शाखा विंग दे विच दर्ज की जा चुकी है। देखो हुण जिद्दां जिद्दां परतां खुल रही है जो, क्योंकि देखो पहला जिहड़े घोटाले होए सीगे इन्वेस्टिगेशन च कई चीज़ां दा नाम सामने आया, कई एम्प्लॉयज़ दा नाम सामने आया, मास्टरमाइंड दा नाम सामने आया। हालांकि मास्टरमाइंड दा अजे भी फरार दस्सिया जा रहा है। और हैरानी की गल यह है कि नगर निगम दे विच 116 करोड़ का जिहड़ा घोटाले की गल सामने आई थी। हालांकि कमिश्नर जिहड़े ने नगर निगम के उन्हों का कहना है कि 121 करोड़ भी साडे कोल आ चुका है। लेकिन ਜਿਹੜਾ ਘੋਟਾਲਾ ਹੁਣ ਦੀ ਗੱਲ ਸਾਹਮਣੇ ਆ ਰਹੀ ਹੈ ਜਾਂ ਕੁਝ ਕਮੀਆਂ ਸਾਹਮਣੇ ਪਾਈ ਗਈ ਸੀ, ਇਹ ਉਹੀ ਲੋਕ ਨੇ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ 590 ਕਰੋੜ ਦੀ ਘੋਟਾਲੇ ਕੀਤੇ ਸੀ। ਯਾਨੀ ਕਿ ਮਾਸਟਰਮਾਈਂਡ ਸੇਮ ਹੈ। ਠੀਕ ਹੈ, ਤੁਸੀਂ ਦੇਖੋ ਕਿ ਮਾਸਟਰਮਾਈਂਡ ਜਿਹੜਾ ਹੈਗਾ ਕਈ ਕਿਤੇ ਨਾ ਕਿਤੇ ਕਈ ਇਹ ਜਿਹੜੀ ਚੀਜ਼ਾਂ ਨਹੀਂ ਮਿਲਦੀ ਜੁਲਦੀ, ਯਾਨੀ ਕਿ ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਹੈ। IDFC ਬੈਂਕ ਦਾ ਬਾਰ-ਬਾਰ ਨਾਂ ਕਿਉਂ ਆ ਰਿਹਾ ਹੈ? ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਹੈ। हालांकि IDFC बैंक जरूर एक रिलीज करके अपनी सफाई जरूर देना नजर आ रहा है कि इस तरह की चीजें अभी विद ब्याज समेत देता है। लेकिन पुलिस की कह रही है, पुलिस ये कह रही है कि कुछ गड़बड़ी सामने आई है जिहदे करके ਜਿਹੜੀ MC ਨੇ ਚਾਹੇ ਕਮਿਸ਼ਨਰ ਨੇ ਲੈਟਰ ਲਿਖਿਆ ਹੋਵੇ ਪੁਲਿਸ ਨੂੰ ਕਿ ਵੀ ਕੁਝ ਗੜਬੜੀ ਦੇ ਸੰਕੇਤ ਹੈ, ਇਹਦੀ ਜਾਂਚ ਕੀਤੀ ਜਾਵੇ। ਉਸ ਤੋਂ ਬਾਅਦ ਹੁਣ ਦੇਖੋ ਕ੍ਰੈਸ਼ ਦੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਉਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਕਿ ਬਈ 75 ਤੋਂ 80 ਕਰੋੜ ਦੇ ਵਿਚਾਲੇ ਦੀ ਜਿਹੜੀ ਇੱਕ ਘੋਟਾਲਾ ਸਾਹਮਣੇ ਆ ਰਿਹਾ ਹੈ। ਯਾਨੀ ਕਿ ਕਿਤੇ ਨਾ ਕਿਤੇ ਕਈ ਚੀਜ਼ਾਂ ਦਾ ਤਾਂ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ। ਬਿਲਕੁਲ ਸ਼ੁਕਰੀਆ, ਬਹੁਤ ਬਹੁਤ तमाम जानकारी ਲਈ ਧੰਨਵਾਦ ਹੈ। ਤਾਂ ਲਗਾਤਾਰ IDFC ਬੈਂਕ ਦੇ ਵਿੱਚ ਇਸ ਕਿਸਮ ਦੇ ਘੋਟਾਲੇ ਸਾਹਮਣੇ ਆਣਾ ਔਰ ਲਗਾਤਾਰ ਮਿਲੀ ਭੁਗਤ ਜਿਹੜੀ ਹੈ ਉਹ ਮੁਲਾਜ਼ਮਾਂ ਦੀ ਸਾਹਮਣੇ ਆ ਰਹੀ ਹੈ ਜੋ हैरानीजनक खुलासे हो रहे हैं।
ਮੋਸਟ ਵਾਂਟਡ ਗੈਂਗਸਟਰ ਭੁਵਨੇਸ਼ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੈਂਗਸਟਰ ਭੁਵਨੇਸ਼ ਨੂੰ ਮਿਡਲ ਏਸ਼ੀਆ ਤੋਂ ਡਿਪੋਰਟ ਕੀਤਾ ਗਿਆ ਹੈ ਤਾਂ ਡਿਪੋਰਟ ਕਰਕੇ ਭੁਵਨੇਸ਼ ਨੂੰ ਜੋ ਹੈ ਹੁਣ ਭਾਰਤ ਲਿਆਂਦਾ ਜਾਵੇਗਾ ਤਾਂ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਮਿਲੀ ਹੈ। ਪੰਜਾਬ ਪੁਲਿਸ ਨੇ ਦਿੱਲੀ 에ਅਰਪੋਰਟ ਤੋਂ ਭੁਵਨੇਸ਼ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ। ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦਾ ਇਹ ਮੁਲਜ਼ਮ ਜੋ ਹੈ ਦੱਸਿਆ ਜਾ ਰਿਹਾ। ਫਾਜ਼ਿਲਕਾ ਤੇ ਪਟਿਆਲਾ 'ਚ ਵੀ ਇਸ ਦੇ ਖਿਲਾਫ 9 ਮਾਮਲੇ ਦਰਜ ਨੇ ਜਿਨ੍ਹਾਂ 'ਚ ਇਹ ਭਗੌੜਾ ਦੱਸਿਆ ਜਾ ਰਿਹਾ। ਫਿਲਹਾਲ ਇਸ ਨੂੰ ਮਿਡਲ ਏਸ਼ੀਆ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਤੇ ਦਿੱਲੀ 에ਅਰਪੋਰਟ ਤੋਂ ਪੰਜਾਬ ਪੁਲਿਸ ਨੇ ਇਸ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ। ਬਿਲਕੁਲ ਪਾਕਿਸਤਾਨ ਤੋਂ ਡਰੱਗ ਤਸਕਰੀ ਦਾ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਵਾਂਟਡ ਸੀ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਹੈ। ਪੰਜਾਬ ਪੁਲਿਸ ਨੇ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਸੀ ਤਾਂ ਮੋਸਟ ਵਾਂਟਡ ਗੈਂਗਸਟਰ ਭੁਵਨੇਸ਼ ਚੋਪੜਾ ਲਗਾਤਾਰ ਦਬੋਚਣ ਦੀ ਗੱਲ ਪੰਜਾਬ ਪੁਲਿਸ ਕਰਦੀ ਹੈ ਕਿ ਜੇ ਗੈਂਗਸਟਰ ਜਿਹੜੇ ਨੂੰ ਦਬੋਚਿਆ ਜਾਏਗਾ ਤਾਂ ਭੁਵਨੇਸ਼ ਚੋਪੜਾ ਹੈ ਦਾ ਨਾਂ ਜਿਸ ਨੂੰ ਦਬੋਚਿਆ ਜਾ ਚੁੱਕਿਆ ਹੈ। ਗੈਂਗਸਟਰ ਭੁਵਨੇਸ਼ ਨੂੰ ਦੱਸਿਆ ਕਿ ਮਿਡਲ ਏਸ਼ੀਆ ਤੋਂ ਡਿਪੋਰਟ ਕੀਤਾ ਗਿਆ। ਡਿਪੋਰਟ ਕਰਕੇ ਭੁਵਨੇਸ਼ ਨੂੰ ਜਿਹੜਾ ਹੈ ਭਾਰਤ ਲਿਆਂਦਾ ਗਿਆ ਤਾਂ ਪੰਜਾਬ ਪੁਲਿਸ ਨੇ ਦਿੱਲੀ 에ਅਰਪੋਰਟ ਤੋਂ ਇਸ ਦੀ ਗ੍ਰਿਫਤਾਰੀ ਪਾ ਲਈ ਹੈ। और फिरोजपुर ट्रिपल मर्डर केस है जिसका मुलजम है भुवनेश। फाजिलका ते पटियाला च 9 मामलों च भगौड़ा सी अपने आप दे विच एक वड्डा क्रिमिनल रिकॉर्ड है इस भुवनेश गैंगस्टर का। तो ਜ਼ਾਹਰ ਤੌਰ ਤੇ ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀ ਇੱਕ ਲਿਸਟ ਵੀ ਜਾਰੀ ਕੀਤੀ ਗਈ ਸੀ ਜਿਸ ਦੇ ਤਹਿਤ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਤੇ ਲਗਾਤਾਰ ਕਾਰਵਾਈ ਹੋ ਰਹੀ ਹੈ ਤੇ ਇਸੇ ਤਹਿਤ ਵਿਦੇਸ਼ 'ਚ ਬੈਠੇ ਭੁਵਨੇਸ਼ ਚੋਪੜਾ ਨੂੰ ਡਿਪੋਰਟ ਕਰਕੇ ਹੁਣ ਭਾਰਤ ਲਿਆਂਦਾ ਗਿਆ। एक बदनाम गैंगस्टर भुवनेश चोपड़ा एलियास आशीष चोपड़ा ਇਹ ਸੈਂਟਰਲ ਏਸ਼ੀਅਨ ਕੰਟਰੀ ਤੋਂ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ ਦੇ ਸਹਿਯੋਗ ਦੇ ਨਾਲ ਡਿਪੋਰਟ ਕਰਾ ਕੇ ਲੈ ਕੇ ਆਈ ਹੈ। ਅੱਜ ਦਿੱਲੀ 에ਅਰਪੋਰਟ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਇੱਕ ਇੰਟਰਨੈਸ਼ਨਲ ਕੋਆਪਰੇਸ਼ਨ ਤੇ ਕੋਆਰਡੀਨੇਸ਼ਨ ਦੇ ਨਾਲ ਇਸ ਨੂੰ ਜੀਓਲੋਕੇਟ ਕੀਤਾ ਗਿਆ। ਲੁੱਕਆਊਟ ਸਰਕੂਲਰ ਤੇ ਰੈੱਡ ਕਾਰਨਰ ਨੋਟਿਸ ਇਸ਼ੂ ਕੀਤੇ ਗਏ। ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਸਹਿਯੋਗ ਨਾਲ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਲੈਵਲ ਤੇ ਇਸ ਦਾ ਕੇਸ ਟੇਕਅਪ ਕੀਤਾ ਗਿਆ। ਡਿਪੋਰਟ ਕਰਾਉਣ ਤੋਂ ਬਾਅਦ ਭੁਵਨੇਸ਼ ਚੋਪੜੇ ਨੂੰ ਪੰਜਾਬ ਲੈ ਕੇ ਆਇਆ ਜਾ ਰਿਹਾ ਹੈ। ਇਹ ਬਦਨਾਮ ਤਸਕਰ ਇਸ ਦੀ ਤਾਰਾ ਪਾਕਿਸਤਾਨ ਨਾਲ ਜੁੜਿਆ ਹੈ ਤੇ ਕਈ ਸੈਂਸੇਸ਼ਨਲ ਮਰਡਰਸ ਦੇ ਵਿੱਚ ਜਿਸ ਦੇ ਵਿੱਚ 2024 ਦੇ ਵਿੱਚ ਫਿਰੋਜ਼ਪੁਰ 'ਚ ਇੱਕ ਟ੍ਰਿਪਲ ਮਰਡਰ ਹੋਇਆ ਸੀਗਾ ਦੇ ਵਿੱਚ ਇਨਵੋਲਵਮੈਂਟ ਸੀਗੀ। ਇਹ ਬੜਾ ਕਲੀਅਰ ਮੈਸੇਜ ਹੈ ਪੰਜਾਬ ਪੁਲਿਸ ਦਾ ਗੈਂਗਸਟਰਸ ਨੂੰ ਤੇ ਕ੍ਰਿਮੀਨਲਸ ਨੂੰ। ਤੁਸੀਂ ਭਾਵੇਂ ਜਿੱਥੇ ਮਰਜ਼ੀ ਭੱਜ ਲਓ, ਤੁਸੀਂ ਵਿਦੇਸ਼ਾਂ 'ਚ ਬੈਠੋਗੇ, ਕਾਨੂੰਨ ਦੇ ਹੱਥ ਬਹੁਤ ਲੰਬੇ ਹੈਗੇ ਤੇ ਪੰਜਾਬ ਪੁਲਿਸ ਤੁਹਾਨੂੰ ਵਾਪਸ ਲਿਆ ਕੇ ਲਾਅ ਨੂੰ ਫੇਸ ਕਰਵਾਉਣ ਲਈ ਵਚਨਬੱਧ ਹੈਗੀ। ਅੱਗੇ ਵਧਾਂਗੇ ਉਧਰ ਅੱਜ ਤੋਂ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਹੈ। ਮੋਹਾਲੀ ਦੇ ਵਿੱਚ 3 ਰੋਜ਼ਾ ਸਮਿਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਸੀਐਮ ਮਾਨ ਕਰੀਬ 10:30 ਵਜੇ ਦੱਸਦੇ ਕਿ ਸਮਿਟ ਦਾ ਉਦਘਾਟਨ ਕਰਨਗੇ। ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ। ਦੁਨੀਆ ਭਰ ਤੋਂ ਡੈਲੀਗੇਟਸ ਆ ਰਹੇ ਨੇ ਅਤੇ ਨਿਵੇਸ਼ਕ ਆ ਰਹੇ ਨੇ ਜੋ ਹਿੱਸਾ ਲੈਣਗੇ ਤਾਂ ਅੱਜ ਤੋਂ 15 ਮਾਰਚ ਤੱਕ ਪਲਕਸ਼ਾ ਯੂਨੀਵਰਸਿਟੀ ਹੈ ਜਿੱਥੇ ਸਮਿਟ ਹੋਣ ਜਾ ਰਿਹਾ ਤਾਂ ਸਮਿਟ ਦੇ ਵਿੱਚ 99 ਸੈਸ਼ਨ ਰਹਿਣਗੇ। ਤਾਂ ਜ਼ਾਹਰ ਤੌਰ ਤੇ ਪੰਜਾਬ ਦੇ ਨਿਵੇਸ਼ ਮੌਕਿਆਂ ਤੇ ਜੋ ਹੈ ਚਰਚਾ ਹੋਵੇਗੀ। ਯੂਕੇ, ਜਾਪਾਨ ਤੇ ਸਾਊਥ ਕੋਰੀਆ ਤੇ ਵੀ ਜੋ ਹੈ ਖਾਸ ਸੈਸ਼ਨ ਹੋਣਗੇ। ਐਮਐਸਐਮਈ, ਆਈਟੀ, ਏਆਈ ਤੇ ਵੱਖ-ਵੱਖ ਉਦਯੋਗਿਕ ਸੈਕਟਰਾਂ ਤੇ ਚਰਚਾ ਹੋਵੇਗੀ। ਤਾਂ ਜ਼ਾਹਰ ਤੌਰ ਤੇ ਸੀਐਮ ਭਗਵੰਤ ਮਾਨ ਵੀ ਪਿਛਲੇ ਦਿਨੀ ਕਈ ਵਿਦੇਸ਼ਾਂ ਦਾ ਦੌਰਾ ਕਰ ਚੁੱਕੇ ਨੇ ਜਿੱਥੇ ਜਾ ਕੇ ਉਹਨਾਂ ਵੱਲੋਂ ਇਨਵੈਸਟਰ ਨੂੰ ਸੱਦਾ ਦਿੱਤਾ ਗਿਆ ਸੀ ਇਸ ਸਮਿਟ 'ਚ ਸ਼ਾਮਲ ਹੋਣ ਲਈ। ਜੇ ਗੱਲ ਕਰੀਏ ਤਾਂ ਮੁੰਬਈ 'ਚ ਵੀ ਸੀਐਮ ਭਗਵੰਤ ਮਾਨ ਜੋ ਹੈ 10 ਦਿਨ ਲਈ ਗਏ। ਉੱਥੇ ਵੀ ਜਾ ਕੇ ਵੀ ਇਨਵੈਸਟਰ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਲਗਾਤਾਰ ਜੋ ਇਨਵੈਸਟਰ ਹੈ ਉਹਨਾਂ ਨੂੰ ਪੰਜਾਬ 'ਚ ਸੱਦਾ ਦਿੱਤਾ ਜਾ ਰਿਹਾ ਨਿਵੇਸ਼ ਕਰਨ ਲਈ। ਤਾਂ ਇਸੇ ਦੇ ਤਹਿਤ ਹੁਣ ਅੱਜ ਤੋਂ 15 ਮਾਰਚ ਤੱਕ ਇਹ ਸਮਿਟ ਹੋਵੇਗੀ ਜਿਸ 'ਚ ਵੱਖ-ਵੱਖ ਲੋਕਾਂ ਤੇ ਜੋ ਕਾਰੋਬਾਰੀ ਨੇ, ਡੈਲੀਗੇਟਸ ਨੇ ਉਹ ਸ਼ਾਮਲ ਹੋਣਗੇ। ਵੱਖ-ਵੱਖ ਵਿਦੇਸ਼ਾਂ ਤੋਂ ਜਾਂ ਕਹਿ ਸਕਦੇ ਹਾਂ ਵੱਖ-ਵੱਖ ਸੂਬਿਆਂ ਤੋਂ ਇਨਵੈਸਟਰ ਆਉਣਗੇ ਤੇ ਉਹਨਾਂ ਦੇ ਨਾਲ ਇਹ ਚਰਚਾ ਹੋਵੇਗੀ ਤੇ ਜ਼ਾਹਰ ਤੌਰ ਤੇ ਵੱਖ-ਵੱਖ ਉਦਯੋਗਿਕ ਸੈਕਟਰ ਜਿਨ੍ਹਾਂ 'ਚ ਐਮਐਸਐਮਈ, ਆਈਟੀ ਅਤੇ ਏਆਈ ਦੇ ਜੋ ਸੈਕਟਰ ਹੈ ਉਹਨਾਂ ਤੇ ਚਰਚਾ ਹੋਵੇਗੀ ਤੇ ਨਾਲ ਹੀ ਪੰਜਾਬ 'ਚ ਵੱਖ-ਵੱਖ ਕਾਰੋਬਾਰੀਆਂ ਨੂੰ ਜੋ ਹੈ ਇਸ ਇਨਵੈਸਟਮੈਂਟ ਲਈ ਸੱਦਾ ਦਿੱਤਾ ਜਾਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਐਤਕੀ ਦਾ ਪੰਜਾਬ ਇਨਵੈਸਟ ਸਮਿਟ ਹੈ ਅੱਜ ਤੱਕ ਦਾ ਸਭ ਨਾਲੋਂ ਲੰਬਾ ਹੋਏਗਾ। ਅੱਗੇ 2 ਦਿਨ ਦਾ ਹੁੰਦਾ, ਐਤਕੀ 3 ਦਿਨਾਂ ਦਾ ਸਮਿਟ ਹੈ। ਸਭ ਨਾਲੋਂ ਜ਼ਿਆਦਾ ਇਨਵਾਈਟੀ ਹੈਗੇ ਇਸ ਸਮਿਟ ਦੇ ਔਰ ਸਭ ਨਾਲੋਂ ਜ਼ਿਆਦਾ ਸੈਸ਼ਨ ਹੈ। ਅੱਗੇ 8 ਜਾਂ 9 ਸੈਸ਼ਨ ਹੁੰਦੇ ਸੀ, ਐਤਕੀ 30 ਸੈਸ਼ਨ ਹੈ। 3 ਤਾਂ ਕੰਟਰੀਜ਼ ਦੇ ਸੈਸ਼ਨ ਹੈ, ਯੂਕੇ, ਜਾਪਾਨ ਤੇ ਕੋਰੀਆ। ਇੱਕ ਐਮਐਸਐਮਈ ਦਾ ਸੈਸ਼ਨ ਹੈ, ਇੱਕ ਮੋਹਾਲੀ ਦੇ ਉੱਤੇ ਅਸੀਂ ਸੈਸ਼ਨ ਕਰ ਰਹੇ ਹਾਂ, ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ। ਉਸ ਤੋਂ ਇਲਾਵਾ ਜਿੰਨੀਆਂ ਅਸੀਂ ਇੰਡਸਟਰੀਅਲ ਕਮੇਟੀ ਉਸ ਮਾਮਲੇ ਦੀ ਜੋ 2022 ਤੋਂ ਪਹਿਲਾਂ ਦਾ ਹੈ ਸੂਬੇ ਦੇ ਵਿੱਚ ਬੱਸਾਂ ਦੀ ਬਾਡੀਆਂ ਦੀ ਉਸਾਰੀ ਨੂੰ ਲੈ ਕੇ ਕਥਿਤ ਘੁਟਾਲੇ ਦਾ ਮੁੱਦਾ ਇੱਕ ਵਾਰ ਮੁੜ ਤੋਂ ਗਰਮਾਉਂਦਾ ਨਜ਼ਰ ਆ ਰਿਹਾ। ਬੀਜੇਪੀ ਆਗੂ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਪਿਛਲੇ 4 ਸਾਲਾਂ ਤੋਂ ਕੋਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੇਰਾ ਮੰਨਣਾ ਹੈ ਵੀ ਜਾਂ ਤਾਂ ਉਹਨਾਂ ਨੇ ਮਹੀਨਾ ਬੰਨ੍ਹਤਾ ਸ਼੍ਰੀਮਾਨ ਦਾ ਤੇ ਜਾਂ ਆਪ ਰਲ ਕੇ। ਇਸ ਤੋਂ ਇਲਾਵਾ ਹੋਰ ਹੋ ਨਹੀਂ ਸਕਦਾ ਕਿ ਆ ਕਿਉਂ ਹੋ ਰਿਹਾ ਸਭ।
ਪੰਜਾਬ ਪੈਪਸੂ ਦੀ ਗੱਡੀਆਂ ਹੈ, ਇਹਨਾਂ ਨੇ ਜਿਹੜੇ ਕਿਲੋਮੀਟਰ ਸਕੀਮ 'ਚ ਪਵਾਈਆਂ ਹੈ, ਰਾਜਸਥਾਨ ਕਿਉਂ ਗਈਆਂ ਸਾਹਿਬ? ਜਾਖੜ ਨੇ ਇਲਜ਼ਾਮ ਲਗਾਇਆ ਕਿ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ ਉਸ ਦੌਰਾਨ ਕਰੀਬ 800 ਬੱਸਾਂ ਦੀ ਬਾਡੀਆਂ ਬਣਵਾਉਣ ਦੇ ਵਿੱਚ ਘੁਟਾਲਿਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। तो ऑर्डर किया है भी व्यवस्था थोड़ी है, पर पैप्सू उदों ਇਹਨਾਂ ਨੂੰ ਲਾਊਗੀ ਨਾਲ ਵੀ ਉੱਥੋਂ ਬਣ ਕੇ ਆਣੀ ਹੈ ਵੱਡੀ। ਸਾਰੀਆਂ ਦੇ ਸਾਰੀ ਅੱਡ ਅੱਡ ਓਨਰ ਹੈ ਸਭ, ਕਿਲੋਮੀਟਰ ਸਕੀਮ ਇੰਡੀਵਿਜੂਅਲ ਲੋਕਾਂ ਦੀ ਹੈ, ਮੈਨੂੰ ਵੀ ਪਤਾ ਹੈ। ਉਹਨਾਂ ਨੇ ਮੰਗ ਕੀਤੀ ਕਿ ਪੂਰੇ ਘਟਨਾਕ੍ਰਮ ਦੀ ਪਾਰਦਰਸ਼ੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਦਮ ਚੁੱਕਿਆ ਜਾਵੇ। ਖੈਰ ਮੁੱਦਾ ਪੁਰਾਣਾ ਹੈ ਪਰ ਇਲੈਕਸ਼ਨ ਈਅਰ ਹੈ ਤੇ ਗੂੰਜਦਾ ਹੋਇਆ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ। ਹੁਣ ਅਸੀਂ ਅੱਗੇ ਵਧਾਂਗੇ ਤੇ ਗੱਲ ਹੋਵੇਗੀ ਇਲੈਕਸ਼ਨ ਈਅਰ ਦੇ ਵਿੱਚ ਰੈਲੀਆਂ ਦੀ ਰਫ਼ਤਾਰ ਜੋ ਵੱਧਦੀ ਨਜ਼ਰ ਆ ਰਹੀ ਹੈ। ਮੋਗਾ ਦੇ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਵੀ ਖੂਬ ਬਿਆਨਬਾਜ਼ੀ ਤੇ ਸਿਆਸਤ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਰੈਲੀ ਦੇ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਜੇਕਰ ਸਿਆਸਤ ਕਰਨ ਪੰਜਾਬ ਆ ਰਹੇ ਨੇ ਤਾਂ ਉਹ ਕਦੇ ਕਾਮਯਾਬ ਨਹੀਂ ਹੋਣਗੇ। ਪਰ ਮੈਂ ਇਹ ਗੱਲ ਕਹਿ ਸਕਦਾ, ਇਹ ਆ ਰਹੇ ਨੇ ਜੇ ਰਾਜਨੀਤੀ ਕਰਨ ਵਾਲੇ ਨੇ, ਇਹਨਾਂ ਦੀ ਰਾਜਨੀਤੀ ਤੇ ਕਦੇ ਕਾਮਯਾਬ ਨਹੀਂ ਹੋਊਗੀ। ਉੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਬੀਜੇਪੀ ਜੁਮਲੇ ਸੁਣਾ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਅਤੇ ਹੁਣ ਵੀ ਇਹੋ ਕਰੇਗੀ। ਮੈਨੂੰ ਲੱਗਦਾ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਮੋਦੀ ਸਾਹਿਬ ਔਰ ਸ਼ਾਹ ਸਾਹਿਬ ਔਰ ਪੂਰੀ ਬੀਜੇਪੀ ਜੁਮਲੇ ਸੁਣਾ ਕੇ ਮੁਲਕ ਦੇ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ, ਸ਼ਾਇਦ ਉਹੋ ਜਿਹੀ ਜੁਮਲੇ ਕੁਝ ਛੱਡ ਕੇ ਜਾਣਗੇ। ਉੱਥੇ ਇਹਨਾਂ ਇਲਜ਼ਾਮਾਂ ਦੇ ਉੱਤੇ ਪਲਟਵਾਰ ਕਰਦੇ ਹੋਏ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਲਕਿ ਇੱਕ ਗੈਂਗ ਦੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਜਿਹੜੇ ਗੈਂਗਸ ਬੈਠੇ ਹੈ, ਦੇ ਆਰ ਨਾਟ ਗਰੁੱਪਸ ਔਰ ਸਮਥਿੰਗ, ਇਹ ਲੋਕ ਪਾਰਟੀਆਂ ਵੀ ਨਹੀਂ, ਦੇ ਆਰ ਦ ਗੈਂਗਸ ਦੀ ਤਰ੍ਹਾਂ ਆਪਰੇਟ ਕਰ ਰਹੇ ਹੈ, ਜਿਸ ਤਰ੍ਹਾਂ ਪੰਜਾਬ ਨੂੰ ਲੁੱਟ ਰਹੇ ਹੈ। ਫਿਲਹਾਲ ਰੈਲੀ ਤੋਂ ਪਹਿਲਾਂ ਹੀ ਸਿਆਸੀ ਬਿਆਨਬਾਜ਼ੀ ਦਾ ਪਾਰਾ ਹਾਈ ਹੈ ਔਰ ਕਾਬਲੇ ਗੌਰ ਹੈ ਕਿ 14 ਤਰੀਕ ਨੂੰ ਇਹ ਰੈਲੀ ਹੋਣ ਜਾ ਰਹੀ ਹੈ ਤੇ ਇਸ ਰੈਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਹਿੰਦੇ ਨੇ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਜ਼ਰੂਰ ਰਹਿਣਗੀਆਂ। ਇੱਕ ਤਰੀਕੇ ਨਾਲ ਇਸ ਰੈਲੀ ਨੂੰ ਬੀਜੇਪੀ ਦਾ ਪੰਜਾਬ ਇਲੈਕਸ਼ਨ ਦੇ ਲਈ ਬਿਗਲ ਵਜਾਉਣ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ, ਦਰਬਾਰ ਸਾਹਿਬ 'ਚ ਨਤਮਸਤਕ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰੂ ਦਾ ਧੰਨਵਾਦ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਗਏ ਸਨ ਅਤੇ ਹੁਣ ਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਇੱਜ਼ਤ ਮੁੜ ਤੋਂ ਕਾਇਮ हुई है। वो सारे आरोप खारिज कर दिए गए और अदालत ने कहा कि इतना भी सबूत नहीं है कि मुकदमा भी चल सके, तो आरोप मुक्त कर दिया अदालत ने। और ये वाहेगुरु जी की कृपा के बिना नहीं हो सकता था, उनके आशीर्वाद के बिना नहीं हो सकता था। ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਲਗਾਏ ਗਏ ਇਲਜ਼ਾਮ ਝੂਠੇ ਸਾਬਤ ਹੋਏ ਨੇ ਅਤੇ ਹੁਣ ਪੰਜਾਬ ਸਰਕਾਰ ਵਿਕਾਸ ਦੇ ਉੱਤੇ ਪੂਰਾ ਧਿਆਨ ਦੇ ਰਹੀ ਹੈ। जो इल्ज़ाम जो झूठे इल्ज़ाम आम आदमी पार्टी के ਵੱਡੇ ਵੱਡੇ ਲੀਡਰਾਂ ਤੇ ਲਾਏ, ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਤੇ ਬਿਲਕੁਲ ਝੂਠੇ ਨਿਕਲੇ ਤੇ ਮਾਨਯੋਗ ਅਦਾਲਤ ਨੇ ਕਿਹਾ ਕਿ ਇਹ ਤਾਂ ਕੇਸ ਹੀ ਚਲਾਉਣਾ ਨਹੀਂ ਬਣਦਾ, ਇਹ ਤਾਂ ਮੁਕੱਦਮਾ ਹੀ ਨਹੀਂ ਬਣਦਾ। ਉਹਨਾਂ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਿੱਚ ਇਨਵੈਸਟਮੈਂਟ ਵਧ ਰਹੀ ਹੈ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਵੀ ਕਮੀ ਆਈ ਹੈ। ਖੈਰ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਸਨ ਤੇ ਫੋਕਸ ਇਸ ਸਮੇਂ ਹਰ ਪੋਲੀਟੀਕਲ ਪਾਰਟੀ ਦਾ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਣੇ ਨੇ। ਹੁਣ ਅਸੀਂ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਇੱਕ ਵਾਰ ਸਕਰੀਨ ਦੇ ਉੱਤੇ ਆਏਗਾ। ਸਵਾਲ ਅਸੀਂ ਕਿਉਂਕਿ ਈਰਾਨ ਇਜ਼ਰਾਈਲ ਇਸ ਸਮੇਂ ਜੰਗ ਦੇ ਅਖਾੜੇ ਦੇ ਵਿੱਚ ਨੇ ਔਰ ਉਸ ਦੀ ਵਜ੍ਹਾ ਦੇ ਨਾਲ ਦਿੱਕਤ ਹੋ ਰਹੀ ਹੈ ਬਹੁਤ ਸਾਰੇ ਦੇਸ਼ਾਂ ਨੂੰ। ਹਾਰਮੋਜ਼ ਜਲਡਮਰੂ ਕਿਹੜੇ ਦੋ ਦੇਸ਼ਾਂ ਦੇ ਵਿਚਾਲੇ ਸਥਿਤ ਹੈ? ਈਰਾਨ ਓਮਾਨ, ਈਰਾਨ ਇਰਾਕ, ਸਾਊਦੀ ਅਰਬ ਕਤਰ ਜਾਂ ਫਿਰ ਓਮਾਨ ਯਮਨ। ਚਾਰ ਆਪਸ਼ਨ ਵੀ ਤੁਹਾਡੇ ਸਾਹਮਣੇ ਨੇ। ਇਹ ਪੂਰੀ ਸਥਿਤੀ ਬਣੀ ਹੋਈ ਹੈ, ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਸਹੀ ਜਵਾਬ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੋਕ ਸਭਾ ਦੇ ਵਿੱਚ ਬੇਭਰੋਸਗੀ ਮਤੇ ਦੇ ਉੱਤੇ 2 ਦਿਨ ਚੱਲੀ ਚਰਚਾ ਤੋਂ ਬਾਅਦ ਸਪੀਕਰ ਓਮ ਬਿਰਲਾ ਪਹਿਲੀ ਵਾਰ ਆਸਨ ਤੇ ਪਹੁੰਚੇ ਅਤੇ ਸਦਨ ਨੂੰ ਸੰਬੋਧਨ ਕਰਦੇ ਹੋਏ ਸਪਸ਼ਟ ਕੀਤਾ ਕਿ ਸਦਨ ਦੀ ਕਾਰਵਾਈ ਨਿਯਮਾਂ ਤੇ ਪ੍ਰਕਿਰਿਆ ਦੇ ਮੁਤਾਬਿਕ ਚੱਲਦੀ ਹੈ ਅਤੇ ਨਿਯਮ ਕਿਸੇ ਇੱਕ ਧਿਰ ਦੇ ਲਈ ਨਹੀਂ ਬਲਕਿ ਪੂਰੇ ਸਦਨ ਦੇ ਲਈ ਇੱਕੋ ਤਰੀਕੇ ਨਾਲ ਲਾਗੂ ਹੁੰਦੇ ਨੇ। अध्यक्ष पद का दायित्व और अवसर दिया। मैंने हमेशा ये प्रयास किया कि सदन की कार्रवाई निष्पक्षता, अनुशासन, संतुलन और नियमों के साथ संचालित हो।
उन्होंने कहा कि उन्होंने हमेशा कोशिश की है कि सारे मैंबरों को बराबर बोलने का मौका मिले और सदन की गरिमा बनी रहे। कार्यकुशलता बनाए रखने के लिए मैंने मेरे दायित्व को निभाया। मेरा हमेशा ये प्रयास रहता है कि सदन की गरिमा, मर्यादा और प्रतिष्ठा में उत्तरोत्तर वृद्धि होती रहे। नाल ही उन्होंने मैंबरों को अपील की कि रौले तो बचते हुए सदन की मर्यादा और सदन में बोलने से लोकतंत्र का संकल्प